गुरु साहिब जीओ। आसा महला पंजवा। जाकार स्वामी प्रभ बेली, जाका हर स्वामी प्रभ बेली। पीड़ गई फिर नहीं दोहेली रहा, कर कृपा चरण संग मेली। सुख सहज आनंद सोहेली। साध संग गुण गाए अतुली, हर सिमरत नानक पई अमूली। सिमर 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 नाम जीवा, तन मन होए निहाला। चरण कमल तेरे तोए तोए पीवा, मेरे सतगुर दीन दयाला। ज़ारा ज़हूर हाजरा जोर, सर्व कला भरपूर समरथ गुरु। लोक परलोक दे रखियक भगत वशल, ज्ञान दे सागर गुरुआं दे गुरु। गुरुआं भगतां भट्टां सिखां दी इलाही बाणी, बाणी गुरु जोत रूप दे विच। धन धन श्री गुरु ग्रंथ साहिब महाराज जी दी पावन पवित्र गोद हजूरी दे विच गुर शब्द दे नाल जुड़ रही जुड़ बैठी साध संगत। धनता दे योग बड़ भागे हो, सतगुरु जी ने मेहर कृपा की है। सानू उदम इशनान अपनी गोद बख्शिश की है, और गुरु साहब ने इस योग सानू कीता जां बनाया कि गुरु दे चरण परस सकीए। योग इंसान योगता दे नाल बनदा है। योगता मेहनत दे नाल प्राप्त होंदी है। मेहनत लई उद्यम करना पैंदा है। उद्यम दे लई मनुख दा मन अपने काम वल पूरा लगा होना चाहिए। काम वाल उसका मन लगता है। जो जिम्मेवार इंसान होंदा, जिम्मेवार इंसान वो होंदा जिसनों चंगी सिक्ख्या चंगे संस्कार मिले होन। चंगे संस्कार चंगी नीति ये अपने पेरेंट्स तो मापियां तो गुरु तो मिलती है, तो गुरु उसनों मिलता जिसके भाग बहुत वड्डे होन। सो सतगुरु जी मेहर करन साडे विच वो योग्यता पैदा हो जाए, वो योग्यता आ जाए, इस योग बन जाइए तो गुरु की मेहर कृपा नूं प्राप्त कर सकीए जां कृपा दे पात्र बन जाइए।
ਸੋ ਜਿਵੇਂ ਜਿਵੇਂ ਅਸੀਂ ਗੁਰੂ ਦੇ ਨਾਲ ਜੁੜਾਂਗੇ ਅਸੀਂ ਯੋਗ ਵੀ ਹੁੰਦੇ ਜਾਵਾਂਗੇ। ਜਿਉਂ-ਜਿਉਂ ਗੁਰਬਾਣੀ ਵੱਲ ਧਿਆਨ ਦੇਵਾਂਗੇ, ਗੁਰਬਾਣੀ ਨੂੰ ਮੰਨਣਾ ਸ਼ੁਰੂ ਕਰਾਂਗੇ, ਅਸੀਂ ਯੋਗ ਵੀ ਹੁੰਦੇ ਜਾਵਾਂਗੇ। ਇਹ ਸਾਡੀ ਯੋਗਤਾ ਬਣਦੀ ਜਾਏਗੀ ਅਤੇ ਯੋਗਤਾ ਦੇ ਆਧਾਰ 'ਤੇ ਹੀ ਮਨੁੱਖ ਨੂੰ ਸੰਸਾਰ ਦੇ ਵਿੱਚ ਜੌਬ ਮਿਲਦੀ ਹੈ, ਕੰਮ ਮਿਲਦਾ ਹੈ। ਜਿਸ ਕੋਲ ਯੋਗਤਾ ਨਾ ਹੋਵੇ ਉਸ ਨੂੰ ਕੰਮ ਨਹੀਂ ਮਿਲਦਾ, ਉਸ ਨੂੰ ਜ਼ਿੰਮੇਵਾਰੀ ਨਹੀਂ ਮਿਲਦੀ, ਉਸ ਨੂੰ ਚੰਗੀ ਤਨਖਾਹ ਨਹੀਂ ਮਿਲਦੀ। ਜਿਸ ਕੋਲ ਯੋਗਤਾ ਨਾ ਹੋਵੇ, ਜਿਸ ਕੋਲ ਪੂਰਨ ਯੋਗਤਾ ਹੋਵੇ ਉਸ ਨੂੰ ਲੋਕ ਆਵਾਜ਼ ਮਾਰਦੇ ਹਨ। ਮਹਿਕਮਿਆਂ ਵਾਲੇ, ਕੰਪਨੀਆਂ ਵਾਲੇ ਉਸ ਯੋਗ ਬੰਦੇ ਨੂੰ ਚਾਹੁੰਦੇ ਹਨ ਵੀ ਇਹ ਯੋਗ ਬੰਦਾ ਸਾਡੇ ਕੋਲ ਆ ਕੇ ਕੰਮ ਕਰੇ, ਸਾਡੇ ਕੋਲ ਆ ਕੇ ਮਿਹਨਤ ਕਰੇ, ਕਿਉਂਕਿ ਜਿਹੜੀ ਯੋਗਤਾ ਹੈ ਇਸ ਦੀ ਸੰਸਾਰ ਦੇ ਵਿੱਚ ਵੀ ਕਦਰ ਕੀਤੀ ਜਾਂਦੀ ਹੈ। ਯੋਗ ਬੰਦਿਆਂ ਨੂੰ ਸੰਸਾਰ ਦੇ ਵਿੱਚ ਵੀ ਸਲਾਹਿਆ ਜਾਂਦਾ ਹੈ, ਉਹਨਾਂ ਦੀ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਹੈ। ਅਤੇ ਜਿਹੜੇ ਗੁਰੂ ਨਾਨਕ ਦੇ ਘਰ ਦੇ ਵਿੱਚ ਯੋਗ ਹੋ ਜਾਂਦੇ ਨੇ ਉਹਨਾਂ ਨੂੰ ਬਹੁਤ ਵੱਡੀ ਪਦਵੀ ਮਿਲ ਜਾਂਦੀ ਹੈ। ਧਿਆਨ ਦੇਣਾ, ਸੰਸਾਰ ਦੇ ਵਿੱਚ ਕੋਈ ਯੋਗਤਾ ਪੂਰੀ ਕਰਦਾ ਹੋਵੇ ਉਸ ਨੂੰ ਨੌਕਰੀ ਮਿਲ ਜਾਂਦੀ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਜੇ ਕੋਈ ਗੁਰਮਤ ਦੀ ਯੋਗਤਾ ਪੂਰੀ ਕਰਦਾ ਹੋਵੇ ਉਸ ਨੂੰ ਬਾਦਸ਼ਾਹੀਆਂ ਮਿਲ ਜਾਂਦੀਆਂ ਨੇ, ਉਸ ਨੂੰ ਮੁਕਤੀ ਮਿਲ ਜਾਂਦੀ ਹੈ, ਉਸ ਨੂੰ ਦੂਜੇ ਨੂੰ ਮੁਕਤ ਕਰਨ ਦੀ ਤਾਕਤ ਮਿਲ ਜਾਂਦੀ ਹੈ। ਜਿਸ ਕੋਲ ਯੋਗਤਾ ਹੋਵੇ। ਕਿਹੜੀ ਯੋਗਤਾ? ਦੁਨੀਆ ਦੇ ਵਿੱਚ ਪੜ੍ਹਾਈ ਦੀ ਯੋਗਤਾ ਹੈ, ਡਿਗਰੀ ਦੀ ਯੋਗਤਾ ਹੈ, ਤਜਰਬੇ ਦੀ ਯੋਗਤਾ ਹੈ। ਗੁਰੂ ਨਾਨਕ ਦੇ ਘਰ ਸੇਵਾ, ਸਿਮਰਨ, ਭਾਵਨਾ, ਸ਼ਰਧਾ, ਪ੍ਰੇਮ ਦੀ ਯੋਗਤਾ ਹੈ। ਜਿਸ ਕੋਲ ਇਹ ਚੀਜ਼ਾਂ ਹੁੰਦੀਆਂ ਹਨ ਉਹ ਅੱਗੇ ਲੰਘ ਜਾਂਦਾ, ਉਹ ਗੁਰੂ ਸਾਹਿਬ ਦੇ ਨੇੜੇ ਨੇੜੇ ਹੋ ਜਾਂਦਾ ਹੈ, ਉਹ ਗੁਰੂ ਸਾਹਿਬ ਦੇ ਬਿਲਕੁਲ ਕੋਲ ਜਾ ਬੈਠਦਾ, ਜਿਹਨੂੰ ਕਹਿੰਦੇ ਨੇ ਗੋਦ। ਸੋ ਅਸੀਂ ਯੋਗ ਹਾਂ ਤਾਂ ਹੀ ਗੁਰੂ ਦੀ ਗੋਦ ਵਿੱਚ ਬੈਠੇ ਹਾਂ। ਜੋ ਯੋਗ ਨਹੀਂ ਹੁੰਦਾ ਉਹਨੂੰ ਨਾ ਸਮਾਂ ਮਿਲਦਾ, ਨਾ ਉਸ ਨੂੰ ਗੁਰੂ ਆਪਣੀ ਗੋਦ ਵਿੱਚ ਬਿਠਾਉਂਦਾ, ਅਤੇ ਜਿਹੜਾ ਗੋਦ ਵਿੱਚ ਨਹੀਂ ਬੈਠਾ ਨਾ ਉਹਨੂੰ ਲਾਡ ਮਿਲਦਾ, ਨਾ ਉਹਨੂੰ ਪਿਆਰ ਮਿਲਦਾ। ਇਸ ਕਰਕੇ ਸਾਡੀ ਅੰਦਰਲੀ ਯੋਗਤਾ ਮਤਲਬ ਭਾਵਨਾ ਰੂਪੀ ਯੋਗਤਾ ਨੇ ਸਾਨੂੰ ਆਪਣੇ ਪਰਮੇਸ਼ਰ ਦੇ ਕੋਲ ਉਹ ਚੀਜ਼ ਲੈ ਗਈ, ਆਪਣੇ ਗੁਰੂ ਦੇ ਕੋਲ ਉਹ ਭਾਵਨਾ ਯੋਗਤਾ ਲੈ ਗਈ। ਅਤੇ ਉਸ ਤੋਂ ਬਾਅਦ ਕੀ ਹੋਇਆ? ਜਦੋਂ ਸਾਨੂੰ ਸਾਡੀ ਭਾਵਨਾ, ਸਾਡੀ ਯੋਗਤਾ ਸਾਨੂੰ ਸਾਡੇ ਰੱਬ ਪਰਮੇਸ਼ਰ ਦੇ ਕੋਲ ਲੈ ਗਈ ਅਤੇ ਉਹ ਮਨੁੱਖ ਸਾਰੇ ਸੰਸਾਰ ਦੇ ਵਿੱਚ ਪਰਮੇਸ਼ਰ ਦੇਖਣ ਔਰ ਦੂਸਰੇ ਨੂੰ ਦਿਖਾਉਣ ਦੇ ਯੋਗ ਹੋ ਜਾਂਦਾ ਹੈ। ਉਹ ਆਪ ਤਰਨ ਦੇ ਅਤੇ ਦੂਸਰੇ ਨੂੰ ਤਾਰਨ ਦੇ ਯੋਗ ਹੋ ਜਾਂਦਾ ਹੈ। ਉਹ ਆਪ ਪੜ੍ਹਨ ਦੇ ਅਤੇ ਦੂਜੇ ਨੂੰ ਪੜ੍ਹਾਉਣ ਦੇ ਯੋਗ ਹੋ ਜਾਂਦਾ ਹੈ। ਉਹ ਆਪ ਛਕਣ ਦੇ ਅਤੇ ਦੂਸਰੇ ਨੂੰ ਛਕਾਉਣ ਦੇ ਯੋਗ ਹੋ ਜਾਂਦਾ ਹੈ। ਸੋ ਇਸ ਲਈ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਕੁਆਲਿਟੀ, ਐਲੀਜੀਬਿਲਟੀ, ਯੋਗਤਾ, ਇਹ ਜਿਸ ਵਿੱਚ ਹੋਏਗੀ ਉਹਦੀ ਹਮੇਸ਼ਾ ਕਦਰ ਹੋਏਗੀ, ਉਸ ਦੀ ਹਮੇਸ਼ਾ ਕਦਰ ਕੀਤੀ ਜਾਏਗੀ, ਉਸ ਨੂੰ ਹਮੇਸ਼ਾ ਵਡਿਆਇਆ ਜਾਏਗਾ। ਇਸ ਲਈ ਗੁਰੂ ਸਾਹਿਬ ਜੀ ਦੀ ਬਾਣੀ ਵੀ ਕਹਿੰਦੀ ਆਪਣੇ ਅੰਦਰ ਇੱਕ ਯੋਗਤਾ ਪੈਦਾ ਕਰ ਜੋ ਤੇਰੀ ਸ਼ਖਸੀਅਤ ਨੂੰ ਉਭਾਰੇਗੀ। ਸੋ ਇਸ ਲਈ ਅਸੀਂ ਚੰਗੇ ਕਰਮ ਇਸ ਲਈ ਕਰਦੇ ਹਾਂ, ਅਸੀਂ ਬਾਣੀ ਇਸ ਲਈ ਪੜ੍ਹਦੇ ਹਾਂ, ਅਸੀਂ ਯੋਗ ਬਣ ਸਕੀਏ, ਅਸੀਂ ਕਾਬਲ ਬਣ ਸਕੀਏ, ਤਾਂ ਜੋ ਸਾਡੀ ਜੀਵਨ ਯਾਤਰਾ ਜਿਹੜੀ ਹੈ ਉਹ ਸਫਲ ਹੋ ਜਾਵੇ। ਸੋ ਬਿਨਾਂ ਯੋਗਤਾ ਤੋਂ ਮਨੁੱਖ ਕਦੇ ਵੀ ਕੁਛ
ਪ੍ਰਾਪਤ ਨਹੀਂ ਕਰ ਸਕਦਾ। ਸੋ ਗੁਰੂ ਸਾਹਿਬ ਜੀ ਮਿਹਰ ਕਰਨ, ਦਇਆ ਕਰਨ। ਆਓ ਗੁਰੂ ਸਾਹਿਬ ਦੇ ਲੜੀਵਾਰ ਸ਼ਬਦ ਦੀ ਵਿਚਾਰ ਨੂੰ ਆਰੰਭ ਕਰਦੇ ਹਾਂ। ਔਰ ਕੀ ਸਾਨੂੰ ਗਿਆਨ ਮਿਲਦਾ ਗੁਰੂ ਸਾਹਿਬ ਤੋਂ ਅਸੀਂ ਪ੍ਰਾਪਤ ਕਰਦੇ ਹਾਂ, ਕਿਉਂਕਿ ਗਿਆਨ ਜਿਵੇਂ ਰੋਜ਼ ਸਰਵਣ ਕਰਦੇ ਹੋ ਬਹੁਤ ਵੱਡੀ ਅਨਮੋਲੀ ਦਾਤ ਹੈ। ਇਸ ਨੂੰ ਸਾਨੂੰ ਪ੍ਰਾਪਤ ਕਰਨਾ ਚਾਹੀਦਾ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ, ਆਸਾ ਮਹੱਲਾ ਪੰਜਵਾਂ। ਜਾਗਾ ਹਰ ਸੁਆਮੀ ਪ੍ਰਭ ਬੇਲੀ। ਬੇਲੀ ਦਾ ਮਤਲਬ ਹੁੰਦਾ ਮਦਦ ਕਰਨ ਵਾਲਾ, ਮਦਦਗਾਰ। ਜਾਗਾ ਹਰ ਸੁਆਮੀ ਪ੍ਰਭ ਬੇਲੀ। ਸਾਡਾ ਸਾਰਿਆਂ ਦਾ ਸੁਆਮੀ ਪ੍ਰਭੂ ਹੈ, ਉਹ ਸਾਡਾ ਬੇਲੀ ਹੈ। ਬੇਲੀ ਦਾ ਮਤਲਬ ਮਦਦਗਾਰ, ਮਦਦ ਕਰਨ ਵਾਲਾ, ਜਿਹੜਾ ਚੰਗੀ ਸੋਚ ਵਾਲਾ, ਸਾਫ ਨੀਅਤ ਵਾਲਾ। ਮਹਾਰਾਜ ਜੀ ਕਹਿੰਦੇ ਉਹਦਾ ਉਹ ਮਦਦਗਾਰ ਹੈ, ਉਹਦੀ ਮਦਦ ਕਰਦਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜਾ ਪਾਪੀ ਬੰਦਾ ਹੈ, ਤੇ ਉਹਦੇ ਬਾਰੇ ਬਾਣੀ ਵਿੱਚ ਪੰਕਤੀ ਆਉਂਦੀ ਹੈ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ। ਅੱਜ ਦੇ ਸ਼ਬਦ ਵਿੱਚ ਆਇਆ ਵੀ ਸੁਆਮੀ ਜਿਹੜਾ ਉਹ ਬੇਲੀ ਹੁੰਦਾ। ਜਾਗਾ ਹਰ ਸੁਆਮੀ ਪ੍ਰਭ ਬੇਲੀ। ਮਾਲਕ ਜੀਵਾਂ ਦਾ ਮਦਦਗਾਰ ਹੈ, ਜੀਵਾਂ ਦੀ ਮਦਦ ਕਰਦਾ ਹੈ, ਬੇਲੀ ਹੈ। ਉਹ ਸਾਰਿਆਂ ਦਾ ਬੇਲੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜਦੋਂ ਮਨੁੱਖ ਆਪਣੇ ਸੁਭਾਅ ਦੇ ਉੱਪਰ ਕਾਇਮ ਨਹੀਂ ਰਹਿੰਦਾ, ਜਦੋਂ ਆਪਣੇ ਸੁਭਾਅ ਨੂੰ ਛੱਡਦਾ, ਇਨਸਾਨਾਂ ਵਾਲਾ ਸੁਭਾਅ, ਜਾਨਵਰਾਂ ਵਾਲਾ ਸੁਭਾਅ ਅਖਤਿਆਰ ਕਰਦਾ, ਜਦੋਂ ਇਹ ਆਪਣੀ ਮਨ ਮਤ ਦੇ ਮੁਤਾਬਕ ਮਨ ਮਰਜ਼ੀ ਕਰਦਾ, ਅਪਰਾਧ ਕਰਦਾ, ਪਾਪ ਕਰਦਾ, ਜ਼ਬਰ ਕਰਦਾ, ਜ਼ੁਲਮ ਕਰਦਾ, ਜਾਂ ਕਿਸੇ ਦੇ ਉੱਪਰ ਜ਼ਿਆਦਤੀ ਕਰਦਾ, ਤੇ ਮਹਾਰਾਜ ਜੀ ਕਹਿੰਦੇ ਫਿਰ ਇਹ ਪਾਪ ਹੋ ਜਾਂਦਾ। ਤੇ ਉਸ ਪਾਪੀ ਜਿਹੜੇ ਦਾ, ਉਸ ਪਾਪੀ ਬੰਦੇ ਦਾ ਫਿਰ ਉਹ ਬੇਲੀ ਨਹੀਂ ਬਣਦਾ, ਮਤਲਬ ਉਹਦੀ ਮਦਦ ਨਹੀਂ ਕਰਦਾ। ਸਾਫ਼ ਹੀ ਉਦਾਹਰਨ ਹੈ, ਜਿਵੇਂ ਅਸੀਂ ਮਾੜੇ ਬੰਦੇ ਦੇ ਕੋਲ ਨਹੀਂ ਖੜ੍ਹਦੇ, ਨਾ ਉਹਦੀ ਹਾਮੀ ਭਰਦੇ ਹਾਂ, ਨਾ ਉਹਦੀ ਗਵਾਹੀ ਦਿੰਦੇ ਹਾਂ, ਚਾਹੇ ਬੈਂਕ ਵਿੱਚ, ਚਾਹੇ ਪਰਾ ਵਿੱਚ ਉਹਦੀ ਗਵਾਹੀ ਨਹੀਂ ਦਿੰਦੇ, ਉਹਦੇ ਨਾਲ ਜਾਂਦੇ ਹੀ ਨਹੀਂ ਅਸੀਂ, ਕਿਉਂਕਿ ਸਾਨੂੰ ਪਤਾ ਉਹ ਬੰਦਾ ਸਹੀ ਨਹੀਂ, ਉਹਦਾ ਸੁਭਾਅ ਆਦਤਾਂ ਸਹੀ ਨਹੀਂ, ਇਸ ਕਰਕੇ ਅਸੀਂ ਉਹਦੇ ਬੇਲੀ ਨਹੀਂ ਬਣੇ। ਜਿਹੜਾ ਇਨਸਾਨ ਚੰਗਾ ਹੈ ਉਸ ਦਾ ਉਹ ਵੀ ਬੇਲੀ ਬਣ ਜਾਂਦਾ, ਜਿਹੜਾ ਉਸ ਨੂੰ ਜਾਣਦਾ ਨਹੀਂ ਹੁੰਦਾ ਉਹ ਕਹਿੰਦਾ ਨਹੀਂ ਭਾਈ ਇਹ ਇਨਸਾਨ ਬਹੁਤ ਚੰਗਾ ਹੈ, ਮੈਂ ਇਸ ਦੀ ਗਵਾਹੀ ਦਿੰਦਾ, ਮੈਂ ਦਿੰਦਾ ਹਾਂ ਇਸ ਦੀ ਗਵਾਹੀ, ਮੈਂ ਇਸ ਦੀ ਹਾਮੀ ਭਰਦਾ ਹਾਂ, ਭਾਵੇਂ ਮੈਂ ਇਸ ਨੂੰ ਨਹੀਂ ਜਾਣਦਾ ਪਰ ਮੈਨੂੰ ਪਤਾ ਇਹ ਇਨਸਾਨ ਚੰਗਾ। ਸੋ ਬਾਣੀ ਦੇ ਮੁਤਾਬਕ ਚੰਗੇ ਇਨਸਾਨਾਂ ਦੀ ਗਵਾਹੀ ਇਨਸਾਨ ਭਰਦਾ ਹੈ, ਉਹਦੀ ਮਦਦ ਕਰਦਾ, ਉਹਦਾ ਬੇਲੀ ਬਣਦਾ। ਮਾੜੇ ਇਨਸਾਨ ਦੀ ਗਵਾਹੀ ਇਨਸਾਨ ਵੀ ਨਹੀਂ ਭਰਦਾ, ਬੇਲੀ ਨਹੀਂ ਬਣਦਾ, ਮਦਦਗਾਰ ਨਹੀਂ ਬਣਦਾ, ਹੈਲਪ ਨਹੀਂ ਕਰਦਾ, ਤੇ ਪ੍ਰਮਾਤਮਾ ਵੀ ਉਸ ਦਾ ਬੇਲੀ ਨਹੀਂ ਹੈ। ਉਸ ਨੂੰ ਉਸ ਇਨਸਾਫ ਦੇ ਤਰਾਜੂ 'ਤੇ ਲੈ ਕੇ ਉਹਦਾ ਹਿਸਾਬ ਕਿਤਾਬ ਕਰਦਾ। ਧਿਆਨ ਦੇਣਾ, ਜਿਹੜੇ ਇਨਸਾਨ ਰੱਬ ਦੇ ਡਰ ਵਿੱਚ ਹੁੰਦੇ ਨੇ ਉਹਨਾਂ ਦੇ ਅਪਰਾਧ ਪਾਪ ਬਖਸ਼ੇ ਜਾਂਦੇ ਨੇ ਤਰਾਜੂ 'ਤੇ, ਤੇ ਜਿਹੜੇ ਗੁਰੂ ਤੋਂ ਬੇਮੁਖ ਹੁੰਦੇ ਨੇ ਉਹਨਾਂ ਦਾ ਹਿਸਾਬ ਕਿਤਾਬ ਕੱਢਿਆ ਜਾਂਦਾ ਹੈ। ਤੇ ਜਦੋਂ ਕਿਸੇ ਦਾ ਹਿਸਾਬ ਕਿਤਾਬ ਹੋਏਗਾ ਉਹ ਫਸੇਗਾ ਜ਼ਰੂਰ, ਕਿਉਂਕਿ ਬਾਣੀ ਦਾ ਫਰਮਾਨ ਹੈ ਦੁਨੀਆ ਦੇ ਵਿੱਚ ਇਨਸਾਨ ਆ ਕੇ ਇੰਨੇ ਕੁ ਗੁਨਾਹ ਪਾਪ ਕਰ ਜਾਂਦਾ, ਲੇਖੇ ਕਤੇ ਨਾ ਛੁੱਟੀਐ ਖਿੰਨ ਖਿੰਨ ਭੁੱਲਣ ਹਾਰ। ਮੈਂ ਕਹਾਂਗਾ, ਤੁਸੀਂ ਕਹੋਗੇ ਵੀ ਅਸੀਂ ਕੋਈ ਆਪਣਾ ਗੁਨਾਹ ਪਾਪ ਨਹੀਂ ਕਰਦੇ, ਅਸੀਂ ਨਹੀਂ ਕਰਦੇ,
पर सानू पता ही नहीं लगता, ये हो जाता है। साडे अंदर कोई बैठिया दे फुरना बन गया किसी दे लई माड़ा, चाहे असी गुरु की गोद में क्यों नहीं बैठे। जे माड़ा साडे अंदर ख्याल या फुरना बन गया, वो पाप बन जाना। तो जे कोई गुरु के नाल जुड़िया होएगा, गुरु इसनों बचा लेगा, इस दे पाप अपराध नूं बख्श देवेगा। नहीं तो महाराज जी कहते ने, लेखा लीजै तिल ज्यों पीड़ी। जिमें तिल नूं पीड़ी दा उहदा तेल कढ़ीदा, इस तरह लेखा भी लिया जाता। हर एक कोल एक एक तिल दा लेखा दिता जाता। जे कीते होए पुन दान तिल तिल दा वो फायदा मिलता सानू, फल मिलता सानू। फिर लिखे भी इस तरह के ने, वो भी तिल तिल का लेखा जिहड़ा है गुरु साहब जी कहते वाचिया जाता, देखा जाता, तो मालक की मर्जी है भी उसनों माफ़ करे या ना, उसनों बख्शे कि ना, उसकी मर्जी है। सो बख्शे हो जाते ने जिहड़े बख्शन दे लई अरजोई अरदास करते हैं भी हे मालक सानू बख्श लै। जिहड़े भुल ही नहीं मनते, गलती ही नहीं मनते, उन्होंने कभी भी माफ़ी नहीं मिलती, उन्होंने महाराज नहीं बख्शते। कोई भी बंदा भुल अपनी कबूल कर ले भी मेथों गलती हो गई है, चाहे घर विच बैठा, चाहे किधरे बाहर विच बैठा, समाज विच बैठा, जे वो कह दे भी मेरे को भुल हो गई है, तो सियाणे बंदे उसनों माफ़ कर देंदे ने। पर जिहड़ा चोर भी होवे ते चतुराई भी करे, कहे नहीं 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 ये मेरे को किवें, ये तो मेरे को हो ही नहीं सकता, उस मनुख नूं फिर सियाणा इंसान भी माफ़ नहीं करता, तो मालक ने उसनों माफ़ की करना। इसलिए गुरु साहब जी कहते, जाका हर स्वामी प्रभ बेली। तेरा बेली जिहड़ा तेरा मालक है, तेरी मदद करेगा, तेरी गवाही देवेगा, तैनू तत्तियां हवावां तो जमदूतां तो बचाएगा। कौन कहंदा? बाणी कहंदी है। पंजवें पातशाह जी कहंदे ने, रखे रखन हार आप ही उवारियन, गुर की पैरी पाए काज सवारियन। हर जुग जुग भगति उपाया, पैज रखदा आया राम राज। सो शुरू तो ही भगतां नूं हमेशा रखदा है, उन्हां दी पत रखदा है, उन्हां दी इज्जत रखदा है, उन्हां दे पड़दे ढकदा, मतलब कजदा। सो इसलिए पीड़ गई फिर नहीं दुहेली। सो पातशाह जी कहते, जिस दा ओ बेली हुंदा है, जिस दे ओ वल हुंदा है, उन्हां दी पीड़, पीड़ मैंने हुंदा दुख दर्द, उन्हां दी पीड़ जिहड़ी है, कौन जाने पीर भराई, उन्हां दी पीड़ जिहड़ी है, पराया दर्द जिहड़ा है, वो महाराज जी कहते फिर उन्होंने कदे भी दुख नहीं दिंदा जां घेर नहीं सकता। जिस दे वल मालक हो जाए, उन्होंने पीड़ नहीं चलनी पैंदी। साफ कह दिंदे आ, उसनों किसी किस्म का दुख नहीं सहना पैंदा, उसनों पीड़ नहीं झलनी पैंदी, उसका दुख दर्द दूर हो जाता है, और उसनों दुख जिहड़े ने उसका खैड़ा छड़ देंदे ने। ध्यान देना, उसका खैड़ा छड़ देंदे ने। जिवें पंछी नूं पिंजरे दे विचों आज़ाद कर दिता जाए, तो ओदा इकल्लापन, ओदी तंग परेशानी ओदा खैड़ा छड़ देंदी। नहीं तो पिंजरे विच डकिया होया कोई भी पंछी जानवर, वो हमेशा बिलकदा है, वो हमेशा रोंदा है, वो हमेशा बोलदा है। तो जद पिंजरे दे विचों आज़ाद हुंदा है, तो फिर वो बहुत खुश हुंदा है।
ਉਹਨੂੰ ਫਿਰ ਭਾਵੇਂ ਖਾਣ ਨੂੰ ਭਾਵੇਂ ਨਾ ਕੋਈ ਮਿਲੇ, ਜੇ ਪਿੰਜਰੇ ਦੇ ਵਿੱਚ ਬੱਝੇ ਨੂੰ ਭਾਵੇਂ ਪਦਾਰਥ ਮਿਲੀ ਜਾਣ, ਉਹਨੂੰ ਉਹ ਪਦਾਰਥ ਵੀ ਸਵਾਦਲੇ ਨਹੀਂ ਲੱਗਦੇ। ਜੇਲ੍ਹ ਦੇ ਵਿੱਚ ਬੈਠੇ ਨੂੰ ਭਾਵੇਂ ਕੋਈ ਖੀਰ ਪੂੜੇ ਕਿਉਂ ਨਾ ਖਵਾਈ ਜਾਏ, ਉਹ ਕਹਿੰਦਾ ਆਜ਼ਾਦੀ ਥੋੜ੍ਹੋ ਹੈ, ਮੈਂ ਕੀ ਕਰਨੇ ਖੀਰ ਪੂੜੇ, ਮੈਨੂੰ ਤਾਂ ਆਜ਼ਾਦੀ ਚਾਹੀਦੀ ਸੀ। ਮੈਂ ਆਪਣੇ ਸਮਾਜ ਵਿੱਚ ਵਿਚਰਦਾ, ਮੈਂ ਆਪਣੇ ਲੋਕਾਂ ਨੂੰ ਮਿਲਦਾ, ਮੈਂ ਆਪਣੇ ਪਰਿਵਾਰ ਵਿੱਚ ਬਹਿੰਦਾ। ਉਹ ਆਜ਼ਾਦੀ ਨੂੰ ਕੀ ਕਰਨਾ ਜਿਹਦੇ ਵਿੱਚ ਬੰਦਸ਼ਾਂ ਹੋਣ। ਅਤੇ ਉਸ ਪਿੰਜਰੇ ਦੇ ਵਿੱਚ ਬੈਠਾ ਬੰਦਾ ਵੀ ਭਾਵੇਂ ਜੋ ਮਰਜ਼ੀ ਉਸ ਨੂੰ ਮਿਲੀ ਜਾਏ, ਉਹ ਆਜ਼ਾਦੀ ਭਾਲਦਾ। ਸੋ ਇਸ ਕਰਕੇ ਦੁੱਖਾਂ ਤੋਂ ਆਜ਼ਾਦੀ, ਪੀੜ ਤੋਂ ਆਜ਼ਾਦੀ, ਪਰੇਸ਼ਾਨੀ ਤੋਂ ਆਜ਼ਾਦੀ ਗੁਰੂ ਮਹਾਰਾਜ ਜੀ ਕਹਿੰਦੇ ਉਸ ਨੂੰ ਮਿਲਦੀ ਹੈ ਜਿਹਦਾ ਸਾਹਿਬ ਬੇਲੀ ਹੋ ਜਾਏ। ਉਹ ਆਦ ਮਦ ਅੰਤ ਨਾਨਕੋ ਸੋ ਪ੍ਰਭ ਹੋਆ ਬੇਲੀ। ਉਹ ਸ਼ੁਰੂ ਤੋਂ ਹੀ ਸਾਡੀ ਮਦਦ ਕਰਨ ਵਾਲਾ ਸੀ ਅਤੇ ਅੱਜ ਦੇ ਸਮੇਂ ਦੇ ਵਿੱਚ ਵੀ ਮਦਦ ਕਰ ਰਿਹਾ, ਵਰਤਮਾਨ ਦੇ ਵਿੱਚ ਵੀ, ਅਤੇ ਅੰਤ ਨੂੰ ਵੀ ਉਹ ਸਾਡਾ ਬੇਲੀ, ਸਾਡਾ ਮਦਦਗਾਰ ਬਣੇਗਾ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਉਸ ਨੂੰ ਫਿਰ ਦੁੱਖ ਦਲਿੱਦਰ ਜਾਂ ਕੋਈ ਵੀ ਪੀੜ ਘੇਰ ਨਹੀਂ ਸਕਦੀ। ਪੀੜ ਗਈ ਫਿਰ ਨਹੀਂ ਦੁਹੇਲੀ, ਕਰ ਕਿਰਪਾ ਚਰਨ ਸੰਗ ਮੇਲੀ, ਸੂਖ ਸਹਿਜ ਆਨੰਦ ਸੁਹੇਲੀ। ਜਿਸ ਮਨੁੱਖ, ਜਿਸ ਜੀਵ ਨੂੰ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਜੋੜ ਲੈਂਦਾ, कबीर चरण कमल की मौज को कैसे अनुमान, कहबे को शोभा नहीं देखा ही प्रवान। जिन्हां नूं चरनां दी मौज मिली हुंदी है, उहदे चरनां दी मौज दे विच रहिंदे ने, जां चरण कमल स्यों प्यार, चरनां कमलां दा प्यार मिलिया हुंदा है। गुरु साहब जी कहंदे ने भी उन्हां दे बारे की कहणे, कहना नहीं, शोभा उन्हां दी जिहड़ी है वो बस देख के ही पता लगता भी ये उस दी किरपा दे पात्र हन। कर किरपा चरण संग मेली। जिस जीव नूं महाराज जी किरपा करके अपने चरनां नाल, अपनी बाणी दे नाल जोड़ लैंदा, सूख सहज आनंद सुहेली, ਉਹਨੂੰ ਆਪਣੇ ਅੰਦਰ ਜਿਹੜੀ ਹੈ ਸ਼ਾਂਤੀ ਮਿਲਦੀ ਹੈ, ਆਤਮਿਕ ਅਡੋਲਤਾ ਮਿਲਦੀ ਹੈ। ਉਸ ਦਾ ਅੰਦਰ ਜਿਹੜਾ ਉਹ ਬਿਲਕੁਲ ਚਾਨਣ ਵਾਂਗ ਹੋ ਜਾਂਦਾ, ਸੁਖੀ ਹੋ ਜਾਂਦਾ, ਖੁਸ਼ ਹੋ ਜਾਂਦਾ। ਜਿਵੇਂ ਅਸੀਂ ਕਹਿੰਦੇ ਹਾਂ ਵੀ ਅੱਜ ਮੈਂ ਅੰਦਰੋਂ ਬਹੁਤ ਖੁਸ਼ ਹਾਂ, ਔਰ ਕਈ ਵਾਰ ਕਹਿੰਦੇ ਹਾਂ ਇਹ ਬਾਹਰੋਂ ਹੀ ਖੁਸ਼ ਲੱਗਦਾ, ਅੰਦਰੋਂ ਦੁਖੀ ਹੈ। ਇਹ ਵੀ ਕਹਿੰਦੇ ਹਾਂ ਮੈਂ ਜਾਂ ਉਹ ਅੰਦਰੋਂ ਬਹੁਤ ਚੰਗਾ, ਅੰਦਰੋਂ ਬਹੁਤ ਖੁਸ਼ੀ ਹੈ। ਬਾਹਰੋਂ ਭਾਵੇਂ ਜਿੰਨੀ ਮਰਜ਼ੀ ਉਹ ਤਕਲੀਫ ਮਹਿਸੂਸ ਕਰਦਾ, ਪਰ ਅੰਦਰ ਉਸ ਨੂੰ ਬਹੁਤ ਖੁਸ਼ੀ ਹੈ। ਅੰਦਰਲੀ ਖੁਸ਼ੀ ਜਿਹੜੀ ਹੈ ਉਹ ਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਕੇ ਹੀ ਮਿਲਦੀ ਹੈ। ਸੋ ਇਸ ਕਰਕੇ ਜੇ ਕਿਸੇ ਨੇ ਚਰਨ ਕਮਲ ਦੀ ਮੌਜ ਦੇ ਵਿੱਚ ਰਹਿਣਾ, ਜੇ ਚਰਨਾਂ ਕਮਲਾਂ ਦੀ ਮੌਜ ਪ੍ਰਾਪਤ ਕਰਨੀ ਚਾਹੁੰਦਾ ਤੇ ਗੁਰੂ ਸਾਹਿਬ ਜੀ ਕਹਿੰਦੇ ਉਸ ਨੂੰ ਬਾਣੀ ਬਾਣੇ ਦੇ ਨਾਲ ਜੁੜਨਾ ਪਏਗਾ। ਕਰ ਕਿਰਪਾ ਚਰਨ ਸੰਗ ਮੇਲੀ, ਉਸ ਨੂੰ ਕਿਰਪਾ ਕਰਕੇ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਲੈਂਦਾ ਹੈ ਮਾਲਕ। ਸੂਖ ਸਹਿਜ ਆਨੰਦ ਸੁਹੇਲੀ, ਉਹਦੇ ਅੰਦਰ ਆਤਮਿਕ ਅਡੋਲਤਾ ਆ ਜਾਂਦੀ ਹੈ। ਔਰ ਸੁਹੇਲੀ ਦਾ ਮਤਲਬ, ਸੁਹੇਲੇ ਦਾ ਮਤਲਬ ਸੁਖੀ, ਸੁਖੀ ਜੀਵਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਸੁਹੇਲੇ ਦਾ ਮਤਲਬ ਸੁਖੀ। ਸੂਖ ਸਹਿਜ ਆਨੰਦ ਸੁਹੇਲੀ, ਉਹ ਹਮੇਸ਼ਾ ਹੀ ਜੀਵ ਆਤਮਾ ਜਾਂ ਜੀਵ ਇਸਤਰੀ ਜਾਂ ਜੀਵ ਅੰਦਰ ਦੇ ਸੁੱਖ ਆਨੰਦ ਨੂੰ ਪ੍ਰਾਪਤ ਕਰਦੇ ਹੋਏ ਅਡੋਲ ਰਹਿੰਦੇ ਨੇ।
ਤੇ ਉਹਨਾਂ ਦਾ ਜੀਵਨ ਜਿਹੜਾ ਹਮੇਸ਼ਾ ਹੀ ਖੁਸ਼ੀਆਂ ਭਰਿਆ ਬਣਿਆ ਰਹਿੰਦਾ ਹੈ। ਸਾਡਾ ਜੀਵਨ ਹਰ ਵੇਲੇ ਖੁਸ਼ੀ ਵਾਲਾ ਬਣਿਆ ਰਹੇ, ਇਹ ਇੰਨਾ ਸੌਖਾ ਨਹੀਂ ਹੈ। ਅਸੀਂ ਹਰ ਵੇਲੇ ਖੁਸ਼ ਰਹੀਏ, ਇਹ ਸੌਖਾ ਨਹੀਂ ਹੈ। ਅਸੀਂ ਹਰ ਵੇਲੇ ਨਿਸ਼ਚਿੰਤ ਰਹੀਏ, ਚਿੰਤਾ ਵਿੱਚ ਨਾ ਰਹੀਏ, ਇਹ ਸੌਖਾ ਨਹੀਂ। ਅਸੀਂ ਹਰ ਵੇਲੇ ਚੜ੍ਹਦੀ ਕਲਾ ਦੇ ਵਿੱਚ ਰਹੀਏ, ਇੰਨਾ ਸੌਖਾ ਨਹੀਂ। ਅਸੀਂ ਹਰ ਵੇਲੇ ਸ਼ੁਕਰਾਨਾ ਕਰਦੇ ਰਹੀਏ, ਇੰਨਾ ਸੌਖਾ ਨਹੀਂ। ਪਰ ਜਿਹੜਾ ਕੋਈ ਵੀ ਇਹ ਕੁਝ ਕਰਦਾ ਤੇ ਗੁਰੂ ਸਾਹਿਬ ਜੀ ਕਹਿੰਦੇ ਉਹ ਹਮੇਸ਼ਾ ਹੀ ਖੁਸ਼ ਤੇ ਸੁਖੀ ਰਹਿੰਦਾ। ਉਹ ਹਮੇਸ਼ਾ ਹੀ ਖੁਸ਼ ਤੇ ਸੁਖੀ ਰਹਿੰਦਾ ਔਰ ਪ੍ਰਸੰਨਤਾ ਦੇ ਵਿੱਚ ਰਹਿੰਦਾ। ਉਹਦਾ ਜਿਹਨੂੰ ਮੂਡ ਕਹਿੰਦੇ ਹਾਂ, ਹਰ ਵੇਲੇ ਬਹੁਤ ਅੱਛਾ ਤੇ ਚੰਗਾ ਬਣਿਆ ਰਹਿੰਦਾ। ਤੇ ਜਿਹੜਾ ਚੰਗੇ ਮੂਡ ਵਾਲਾ ਵਿਅਕਤੀ ਹੁੰਦਾ ਉਹਦੇ ਕੋਲੋਂ ਠੰਡੀ ਹਵਾ ਆਉਂਦੀ ਹੈ, ਮਤਲਬ ਉਸ ਕੋਲੋਂ ਚੰਗੇ ਹੀ ਵਿਚਾਰ ਸਾਨੂੰ ਸੁਣਨ ਨੂੰ ਮਿਲਦੇ ਹਨ। ਜਿਹੜਾ ਅੰਦਰੋਂ ਖੁਸ਼ ਹੈ, ਠੰਡਾ, ਜੋ ਅੰਦਰੋਂ ਖੁਸ਼ ਤੇ ਠੰਡਾ ਨਹੀਂ, ਉਹਦੇ ਅੰਦਰੋਂ ਜਿਹੜੇ ਵਿਚਾਰ ਨੇ ਉਹ ਵੀ ਜਿਹੜੇ ਨੇ ਠੰਡੇ ਨਹੀਂ ਆਉਂਦੇ, ਤੱਤੇ ਆਉਂਦੇ ਨੇ, ਕੌੜੇ ਆਉਂਦੇ ਨੇ, ਦੁੱਖ ਦੇਣ ਜਾਂ ਤਕਲੀਫ ਦੇਣ ਵਾਲੇ ਆਉਂਦੇ ਨੇ। ਜੋ ਅੰਦਰੋਂ ਸ਼ਾਂਤ ਨਹੀਂ, ਉਹਦੀ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਅਲਫਾਜ਼ ਉਹ ਵੀ ਦੂਸਰੇ ਨੂੰ ਤੋੜਨ ਦੇ ਲਈ ਹੁੰਦੇ ਨੇ, ਜੋੜਨ ਲਈ ਨਹੀਂ। ਜੋ ਅੰਦਰੋਂ ਜੁੜਿਆ ਹੁੰਦਾ ਉਹਦੇ ਹੀ ਅਲਫਾਜ਼, ਉਹਦੀ ਹੀ ਜ਼ੁਬਾਨ ਅਸੀਂ ਮਿੱਠੀ ਕਹਿੰਦੇ ਹਾਂ ਔਰ ਜੋੜਨ ਵਾਲੀ ਕਹਿੰਦੇ ਹਾਂ, ਉਹਦੇ ਬੋਲ ਰੱਬ ਵਰਗੇ ਕਹਿੰਦੇ ਹਾਂ। ਸੋ ਗੁਰੂ ਸਾਹਿਬ ਜੀ ਕਹਿੰਦੇ ਇਹ ਸਾਰੀਆਂ ਚੀਜ਼ਾਂ ਹੋ ਜਾਣ, ਇਹਦੇ ਲਈ ਸੁਖ ਸਹਿਜ ਆਨੰਦ ਸੁਹੇਲੀ, ਸਾਧ ਸੰਗ ਗੁਣ ਗਾਏ ਅਤੁੱਲੀ। ਇਹ ਸਭ ਕੁਝ ਪ੍ਰਾਪਤ ਕਰਨ ਦੇ ਲਈ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ, ਜਿਵੇਂ ਅਸੀਂ ਕੱਲ੍ਹ ਵੀ ਪੜ੍ਹੀ ਸੀ ਪੰਕਤੀ, ਵੀ ਉਹਦੇ ਲਈ ਸਾਧ ਸੰਗਤ ਬੜੀ ਹੋਣੀ ਜ਼ਰੂਰੀ ਹੈ। ਸਾਧ ਦਾ ਮਤਲਬ ਸਾਧੇ ਹੋਏ ਇਨਸਾਨ। ਜਿੱਥੇ ਸਾਧਨਾ ਹੁੰਦੀ ਹੈ, ਜਿੱਥੇ ਮਨੁੱਖ ਨੂੰ ਸਾਧਿਆ ਜਾਂਦਾ ਹੈ, ਜਿੱਥੇ ਮਨੁੱਖ ਦੇ ਵਿੱਚੋਂ ਭੈੜੀ ਚੀਜ਼ ਬਾਹਰ ਕੱਢ ਕੇ ਚੰਗੀ ਚੀਜ਼ ਵਿੱਚ ਪਾਈ ਜਾਂਦੀ ਹੈ, ਉਹ ਜਗ੍ਹਾ ਜਿੱਥੇ ਕੇਵਲ ਇੱਕ ਹੀ ਨਾਮ ਦੀ ਵਿਚਾਰ ਹੁੰਦੀ ਹੈ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਸੰਗਤ ਵਿੱਚ ਬਹਿ ਕੇ, ਉਸ ਸੰਗਤ ਵਿੱਚ ਜਾ ਕੇ ਇੱਦਾਂ ਦੇ ਗੀਤ ਸੁਣ, ਇੱਦਾਂ ਦੇ ਪ੍ਰੇਮ ਦੇ ਗੀਤ ਗਾ, ਜਿਹਦਾ ਕੋਈ ਤੋਲ ਨਹੀਂ, ਜਿਹਦਾ ਕੋਈ ਮੋਲ ਨਹੀਂ, ਜਿਹਦਾ ਕੋਈ ਨਾਪ ਨਹੀਂ, ਜਿਹਦਾ ਕੋਈ ਮਾਪ ਨਹੀਂ, ਜਿਹਦਾ ਕੋਈ ਅੰਦਾਜ਼ਾ ਨਹੀਂ। ਕਹਿੰਦੇ ਨਾ, ਨਾਮ ਦੀ ਮਹਿਮਾ ਦਾ ਕੋਈ ਤੋਲ ਮਾਪ ਨਹੀਂ, ਕੋਈ ਅੰਦਾਜ਼ਾ ਨਹੀਂ, ਕੋਈ ਗਿਣਤੀ ਮਿਣਤੀ ਨਹੀਂ। ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਸਾਧ ਸੰਗ ਗੁਣ ਗਾਏ ਅਤੁੱਲੀ। ਅਤੁੱਲ, ਅਤੁੱਲੀ, ਉਸ ਅਤੁੱਲ ਵਰਗਾ ਮਨੁੱਖ ਅੰਦਰੋਂ ਬਣ ਜਾਂਦਾ ਜੋ ਪ੍ਰਮਾਤਮਾ ਦੇ ਗੀਤ ਗਾਉਂਦਾ ਜਾਂ ਪ੍ਰਮਾਤਮਾ ਦੇ ਨਾਲ ਜੁੜਿਆ ਹੁੰਦਾ, ਜਾਂ ਕੋਈ ਜਿਹੜਾ ਸੰਗਤ ਕਰਦਾ। ਸੋ ਜਿਹੜਾ ਸੰਗਤ ਕਰਦਾ ਉਹਦੀ ਕੀਤੀ ਹੋਈ ਸੰਗਤ ਨੂੰ ਕੋਈ ਨਾਪ ਨਹੀਂ ਸਕਦਾ ਇਹਦਾ ਕਿੰਨਾ ਫਲ ਹੈ। ਸਾਡੀ ਕੀਤੀ ਹੋਈ ਸੰਗਤ ਦਾ ਸਾਨੂੰ ਕਿੰਨਾ ਫਲ ਮਿਲਣਾ, ਇਹਦੇ ਬਾਰੇ ਕੋਈ ਵੀ ਮਾਪ ਤੋਲ ਅੰਦਾਜ਼ਾ ਨਹੀਂ ਵੀ ਇੰਨਾ ਮਿਲਣਾ, ਇੰਨਾ ਕੁ ਮਿਲਣਾ, ਇੰਨੇ % ਮਿਲਣਾ, ਇੰਨੇ ਪੈਸੇ ਵਿੱਚ ਮਿਲਣਾ, ਜਾਂ ਕਿੰਨੀ ਮਾਤਰਾ ਵਿੱਚ ਮਿਲਣਾ, ਇਹ ਨਹੀਂ ਪਤਾ। ਮਹਾਰਾਜ ਜੀ ਕਹਿੰਦੇ ਕਰਮ ਕਰੀ ਜਾ, ਮਾਤਰਾ ਉਹ ਆਪ ਵਧਾ ਦੇਗਾ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਆਪ ਹੀ ਦੱਸ ਦੇਗਾ ਵੀ ਕਿੰਨੀ ਮਿਹਰ, ਕਿੰਨੀ ਕਿਰਪਾ ਇਸ ਇਨਸਾਨ ਦੇ ਉੱਪਰ
है ਜਾਂ करनी चाहिए है, वो आप ही इस चीज़ का अंदाज़ा लगा लेंदा है। वो सब तो पहला साडे अंदर दी भावना शरधा ते प्रेम नूं वाचदा, उहदे तो बाद ही जिहड़ा मालक है वो साडे अंदर वो बरकतां जिहड़ियां ने पैदा करदा है, जिहड़ी बरकत दुकानां तो शहरां दे विचों नहीं मिलदी। साध संग गुण गाए अतोली। सो संगत विच गीत सुनन दे नाल, मतलब गीत प्रेम दे, बाणी कीर्तन कथा सुनन दे नाल गुरु साहब जी कहंदे ने ये बहुत ज़्यादा कीमती बन जाता है। इनू किसी भी तकड़ दे विच फिर तोलिया नहीं जा सकता, इन्ना भारी हो जाता है। इनू कोई दुनिया का भार वट्टे हल्का नहीं कर सकते। जे किसी बंदे का 50 किलो भार है तो 60 किलो का वट्टा पा दिओ, हल्का कर देंदा, उसनूं थल्ले चुका देंदा है। पर गुरु साहब जी कहते ने जिस दे अंदर चरना कमलों का प्रेम है, जिसने संगत की होवे, दुनिया के जिन्ने मर्जी वट्टे उहदे तोल दे बराबर पा दिते जान, उहनूं घटा नहीं सकते, उहदा भार नहीं घटा सकते, उहदी बंदगी नहीं घटा सकते, उहदा उच्चा सुच्चा जीवन उहनूं घटा नहीं सकते जिन्ने मर्जी वट्टे पा दिते जान तकड़ विच, क्योंकि नाम भारा है। महाराज जी कहते ने गुरु भारा है, ठाकुर भारा है, ठाकुर मेरा भारा, वो बहुत भारा है। उहदे तुल कोई भी दुनिया की चीज़ नहीं जिहड़ी उस भारे नाम नूं, भारी बख्शिश नूं नीवा कर सके जां उसनूं हल्का कर सके। वो दुनिया दे विच कोई अजे तक वस्तु नहीं बनी। नाम बंदगी, नितनेम, भजन कीर्तन कथा, चंगी सोच, चंगे गुण, ये हमेशा जिहड़े ने दुनिया के उपर एक भार के रूप दे विच रहणगे। दुनिया के उपर इन्हां दा प्रभाव रहेगा। इसलिए चंगी चीज़ का प्रभाव सदैवी रहिंदा, माड़ी चीज़ का प्रभाव जिहड़ा है वो थोड़ी चिर लई रहिंदा है। ध्यान देना, जदों कोई बीमारी पैदा होंदी है, वो बीमारी जिहड़ी है थोड़े चिर दे विच अपना रूप दिखा के फिर वो थोड़ी हौली हौली शांत हो जाती है। तो जिहड़ी गुरु तंदुरुस्ती दिंदा है, ये सदैवी वास्ते दिंदा है। सो इसलिए गुरु साहब सानू दस रहे ने भी साध संग गुण गाए अतोली, भी संगत दे बराबर कोई भी चीज़ नहीं, संगत दे बराबर कोई भी चीज़ तोली नहीं जा सकती। इस करके संगत करनी चाहिए है। संगत बहुत महान है। संगत करन दे नाल वड्डे वड्डे पापी तर चुके हैं। तो इसलिए तू तरना है, इस करके संगत करिया कर। हर सिमरत, आखिरी पंक्ति, हर सिमरत नानक भई अमोली। जिवें पहला बेनती कर चुके हैं, परमात्मा दे भजन सिमरन नाम दे बराबर जिहड़ा है कोई भी चीज़ दुनिया दी नहीं है। जिवें असी राजे जनक दी साखी पढ़ते हैं ना, सुनते हैं, वो कहता सी मैं नरकां दे कुंडां दे विचों जिहड़े नरकां दे जीव है उन्हां नूं आज़ाद करवाउणा। मैं सारे नरकां दे जीव जिहड़े ने इन्हां नूं इत्थों आज़ाद करवा देना। धर्मराज नूं कहंदा भी इन्हां नूं आज़ाद कर दे। वो कहंदे भगत जी ये नरकां दे जीव पापी जीव हुंदे ने, इन्हां नूं आज़ाद नहीं किया जा सकता। ये अपने कर्मां दा फल भोगदे ने, इन्हां नूं आज़ाद नहीं किया जा सकता। वो कहंदे ने भी जिहड़ी मेरी थ्योरी है दया वाली, वो मैनूं अगे नहीं वधण दिंदी। ध्यान देना, कोई दुख दे नाल बिलकदा होवे ते दयावान बंदा अगे नहीं लंघ सकता उहदी मदद करन तो बगैर। दयालु बंदा अगे नहीं लंघ सकता। जे कोई बंदा तड़फदा होवे, बिलकदा होवे, मदद की गुहार लाउंदा होवे भी मेरी मदद करो, जिहड़ा दया पुन भावना वाला बंदा है वह कदे भी अगे नहीं लंघ सकता है। वो हमेशा उसकी मदद करेगा। पर होवे वो गुरु का सिख, उसकी मदद करेगा, उसकी हैल्प करेगा, उसनों
ਖਾਣ ਨੂੰ ਪੀਣ ਨੂੰ ਕੁਛ ਨਾ ਕੁਛ ਦੇਵੇਗਾ, ਉਹਦੀ ਹੈਲਪ ਕਰੇਗਾ, ਉਸ ਦੀ ਹੈਲਪ ਕਰੇਗਾ। ਇਸ ਕਰਕੇ ਰਾਜਾ ਜਨਕ ਜੀ ਕਹਿੰਦੇ ਵੀ ਅਸੀਂ ਇਹ ਨਰਕਾਂ ਦੇ ਕੁੰਡਾਂ ਦੇ ਜੀਵਾਂ ਨੂੰ ਇੱਥੋਂ ਆਜ਼ਾਦ ਕਰਵਾਉਣਾ, ਇਹਨਾਂ ਦੀ ਬੰਦ ਖਲਾਸੀ ਕਰਾਉਣੀ ਹੈ, ਇਹਨਾਂ ਨੂੰ ਮੁਕਤ ਕਰਨਾ ਹੈ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਕਹਿੰਦੇ ਇਹ ਤੇ ਹੋ ਨਹੀਂ ਸਕਦਾ, ਜਾਂ ਇਹਨਾਂ ਦੇ ਪੁੰਨ ਹੁੰਦੇ ਤੇ ਇਹ ਤਰ ਜਾਂਦੇ, ਇਹਨਾਂ ਦੇ ਪੁੰਨ ਹੀ ਨਹੀਂ ਤੇ ਇਹ ਤਰ ਕਿਵੇਂ ਸਕਦੇ ਨੇ? ਤੇ ਪੁੰਨ ਕਰਮ ਨਾਲ ਬਣਦੇ ਨੇ, ਨਾਮ ਨਾਲ ਬਣਦੇ ਨੇ, ਸੰਗਤ ਕਰਨ ਨਾਲ ਬਣਦੇ ਨੇ। ਧਿਆਨ ਦੇਣਾ, ਜਿਹੜੇ ਪੁੰਨਾਂ ਕਰਕੇ ਸਾਨੂੰ ਅਮੀਰੀਆਂ ਮਿਲਦੀਆਂ ਨੇ, ਜਿਹੜੇ ਪੁੰਨਾਂ ਕਰਕੇ ਸਾਨੂੰ ਸਫਲਤਾ ਮਿਲਦੀ ਹੈ, ਇਹ ਪੁੰਨ ਸੰਗਤ ਵਿੱਚ ਕਮਾਏ ਜਾਂਦੇ ਨੇ। ਇਹ ਪੁੰਨ ਸੰਗਤ ਵਿੱਚੋਂ ਇਕੱਠੇ ਕੀਤੇ ਜਾਂਦੇ ਹਨ। ਇਹਨਾਂ ਪੁੰਨਾਂ ਦੇ ਕਰਕੇ ਹੀ ਸਾਨੂੰ ਸੁੱਖ ਮਿਲਦਾ। ਅਤੇ ਸੰਸਾਰ ਵਿੱਚ ਜਦੋਂ ਅਸੀਂ ਰਹਿੰਦੇ ਵਿਚਰਦੇ ਹਾਂ, ਉੱਥੇ ਪਾਪ ਹੋ ਜਾਂਦੇ ਨੇ, ਉਹਦਾ ਕਰਕੇ ਦੁੱਖ ਮਿਲਦਾ। ਸੰਗਤ ਵਿੱਚ ਪੁੰਨ ਮਿਲਦੇ ਹਨ, ਪੁੰਨ ਕਮਾਇਆ ਜਾਂਦਾ। ਸੋ ਧਰਮਰਾਜ ਨੂੰ ਰਾਜਾ ਜਨਕ ਜੀ ਕਹਿੰਦੇ ਤੂੰ ਦੱਸ ਇਹਦਾ ਹੱਲ ਕੀ ਹੈ? ਕਹਿੰਦੇ ਜੀ ਇਹਦੇ ਬਦਲੇ ਨਾਮ ਭਜਨ ਚਾਹੀਦਾ, ਸਿਮਰਨ ਚਾਹੀਦਾ। ਜੇ ਇਹਨਾਂ ਦੇ ਪਾਪਾਂ ਦੇ ਬਦਲੇ ਤੁਸੀਂ ਆਪਣਾ ਭਜਨ ਸਿਮਰਨ ਦਿੰਦੇ ਹੋ ਤੇ ਫਿਰ ਇਹ ਹੋ ਸਕਦਾ ਇਹਨਾਂ ਦਾ ਉਧਾਰ ਹੋ ਜਾਏ, ਨਹੀਂ ਤੇ ਹੋਰ ਕੋਈ ਤਰੀਕਾ ਨਹੀਂ ਹੈ। ਇਹਦਾ ਮਤਲਬ ਨਾਮ ਭਜਨ ਸਿਮਰਨ ਜਿਹੜਾ ਉਹ ਪਾਪਾਂ ਨੂੰ ਕੱਟ ਦਿੰਦਾ, ਬਿਲਕੁਲ। ਸੋ ਰਾਜਾ ਜਨਕ ਜੀ ਕਹਿੰਦੇ ਫਿਰ ਤੂੰ ਆਪਣੇ ਉਸ ਤਰਾਜੂ ਦੇ, ਆਪਣੇ ਤੱਕੜ 'ਤੇ ਇਹਨਾਂ ਜੀਵਾਂ ਦੇ ਸਾਰਿਆਂ ਦੇ ਪਾਪ ਰੱਖ ਦੇ। ਇਹਨਾਂ ਜੀਵਾਂ ਦੇ ਜਿੰਨੇ ਵੀ ਪਾਪ ਨੇ ਆਪਣੇ ਤੱਕੜ ਦੇ ਵਿੱਚ ਪਾ ਦੇ। ਉਹ ਕਹਿੰਦਾ ਜੀ ਠੀਕ ਹੈ। ਤੇ ਕਹਿੰਦੇ ਇਹਦੇ ਬਦਲੇ ਫਿਰ ਸਾਡੇ ਕੋਲੋਂ ਨਾਮ ਲੈ ਲਾ, ਜਿਹੜਾ ਅਸੀਂ ਜਪਿਆ ਦੂਜੇ ਤੱਕੜ ਵਿੱਚ ਉਹ ਰੱਖ ਦੇ। ਜੇ ਤੇ ਨਾਮ ਭਾਰੀ ਹੋ ਗਿਆ ਫਿਰ ਇਹਨਾਂ ਨੂੰ ਛੱਡ ਦੇਵੀਂ। ਜੇ ਨਾਮ ਦਾ ਪੱਲਾ ਹਲਕਾ ਰਿਹਾ ਫਿਰ ਇਹਨਾਂ ਨੂੰ ਰਹਿਣ ਦੀ ਜਿੱਥੇ ਹੈ। ਉਹ ਕਹਿੰਦੇ ਰੱਖੋ ਜੀ ਆਪਣਾ ਨਾਮ। ਕਹਿੰਦੇ ਕਿੰਨਾ ਕੁ ਰੱਖੀਏ? ਕਹਿੰਦੇ ਪਹਿਲਾਂ ਥੋੜ੍ਹਾ ਛੋਟਾ ਵੱਟਾ ਰੱਖੀਦਾ ਨਾ, ਪਹਿਲਾਂ ਕੋਈ 20 ਕਿਲੋ ਦਾ ਕਣਕ ਦਾ ਤੋੜਾ ਤਲਾਣ ਜਾਓ, 20 ਕਿਲੋ ਰੱਖਦਾ, ਫਿਰ ਹੋਰ ਉਹਨੂੰ ਲੱਗਦਾ 5 ਕਿਲੋ ਹੋਰ ਪਾਉਂਦਾ, ਹੋਰ 5 ਕਿਲੋ ਪਾਉਂਦਾ, 30 40 50 ਤੱਕ ਵੀ ਲੈ ਜਾਂਦਾ 5-5 ਕਿਲੋ ਦੇ ਵੱਟੇ ਪਾ ਕੇ। ਪਹਿਲਾਂ ਛੋਟਾ ਵੱਟਾ ਪੈਂਦਾ। ਤੇ ਇੱਕ ਪਾਸੇ ਨਰਕਾਂ ਦੇ ਜੀਵਾਂ ਦੇ ਸਾਰੇ ਪਾਪ, ਤੇ ਦੂਜੀ ਤੱਕੜੀ ਜਾਂ ਤੱਕੜ ਦੇ ਵਿੱਚ ਪੱਲੜੇ ਵਿੱਚ ਪੱਲੇ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਇੱਕ ਘੜੀ ਕੇ ਕਾਰਨੇ ਪਾਪੀ ਤਰਿਆ ਨੇ। ਇੱਕ ਘੜੀ ਦਾ ਸਿਮਰਨ ਜਿਹੜਾ ਕਹਿੰਦੇ ਉਹਦੇ ਵਿੱਚ ਰੱਖਿਆ ਗਿਆ ਤੇ ਉਹ ਪੱਲੜਾ ਭਾਰੀ ਹੋ ਗਿਆ। ਇੱਕ ਘੜੀ ਦੇ ਸਿਮਰਨ ਦੇ ਨਾਲ ਕਰੋੜਾਂ ਜੀਵਾਂ ਦੇ ਪਾਪ ਖਤਮ ਹੋ ਗਏ। ਇਹ ਬਾਣੀ ਵਿੱਚ ਲਿਖਿਆ ਸੁਖਮਨੀ ਸਾਹਿਬ ਵਿੱਚ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਇਸ ਕਰਕੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇਸ ਲਈ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਤੇਰੇ ਪੁੰਨ, ਤੇਰਾ ਇੱਕ ਛੋਟਾ ਜਿਹਾ ਕੀਤਾ ਪੁੰਨ, ਤੇਰਾ ਇੱਕ ਚਿੜੀ ਨੂੰ ਪਿਆਇਆ ਪਾਣੀ ਤੈਨੂੰ ਨਰਕਾਂ ਤੋਂ ਬਚਾ ਸਕਦਾ। ਧਿਆਨ ਦੇਣਾ, ਕਿਸੇ ਜੀਵ 'ਤੇ ਕੀਤੀ ਹੋਈ ਥੋੜ੍ਹੀ ਜਿਹੀ ਦਇਆ 68 ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਹੈ। ਇੱਕ ਤੀਰਥ 'ਤੇ ਜਾਣਾ ਹੋਵੇ ਕਿੰਨੇ ਪੈਸੇ ਲੱਗਦੇ ਨੇ, ਕਿੰਨਾ ਸਮਾਂ ਲੱਗਦਾ। ਤੇ ਜੇ ਕਿਸੇ ਜੀਵ ਜੰਤੂ ਇਨਸਾਨ ਨੂੰ ਦਇਆ ਦੇ ਵਿੱਚ ਆ ਕੇ ਭਲਾ ਕਰ ਦਿੱਤਾ ਜਾਵੇ, ਕਿਸੇ ਰੋਂਦੇ ਨੂੰ ਹਸਾ ਦਿੱਤਾ ਜਾਵੇ, ਪੁੰਨ ਕਰ ਦਿੱਤਾ ਜਾਵੇ, ਤੇ ਪੁੰਨ ਦਾ ਬਹੁਤ ਵੱਡਾ ਫਲ ਮਿਲਦਾ ਹੈ। ਇਸ ਕਰਕੇ ਅਸੀਂ ਸਾਧੂਆਂ ਦੀ ਸੰਗਤ ਕੀਤੀ ਹੈ ਜਾਂ ਕਰਦੇ ਹਾਂ, ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਮਹਾਤਮਾ ਦੀ ਸੰਗਤ ਕਰਦੇ ਹਾਂ। ਉਹ ਹਮੇਸ਼ਾ ਸਾਨੂੰ ਇਹੀ ਦੱਸਦੇ ਨੇ ਵੀ ਪੁੰਨ ਕਰਿਆ ਕਰੋ। ਪੁੰਨ ਤੇ ਪੁੰਨ ਦਇਆ ਤੋਂ ਬਗੈਰ ਨਹੀਂ ਹੁੰਦਾ। ਧਿਆਨ ਦੇਣਾ, ਜਿਹੜਾ ਅਸੀਂ ਆਪਣੇ ਪਰਿਵਾਰ ਦੇ ਜੋ ਫਰਜ਼ ਨਿਭਾਉਂਦੇ ਹਾਂ ਉਹ ਪੁੰਨ ਨਹੀਂ, ਉਹ ਫਰਜ਼ ਨੇ।
ਜਿਹਦੇ ਨਾਲ ਸਾਡਾ ਕੋਈ ਖੂਨ ਦਾ ਰਿਸ਼ਤਾ ਨਹੀਂ, ਨਾਤਾ ਨਹੀਂ, ਜਿਹਨੂੰ ਅਸੀਂ ਜਾਣਦੇ ਨਹੀਂ। ਕੋਈ ਵੀ ਸਮਾਜ ਵਿੱਚ ਹੈ, ਕਿਸੇ ਵੀ ਧਰਮ ਜਾਤੀ ਦਾ ਹੈ, ਜੇ ਉਹਦੀ ਅਸੀਂ ਮਦਦ ਕਰਦੇ ਹਾਂ, ਪੁੰਨ ਕਰਦੇ ਹਾਂ, ਉਹ ਇੱਕ ਬਹੁਤ ਵੱਡਾ ਸਾਡੇ ਲਈ ਕਰਮ ਬਣ ਜਾਂਦਾ ਹੈ, ਜਿਹੜਾ ਸਾਡੇ ਗਿਣਤੀ ਹੀ ਨਹੀਂ ਹੈ ਕਿੰਨੇ ਕੁ ਪਾਪ ਕੱਟ ਸਕਦਾ ਹੈ। ਇਸ ਕਰਕੇ ਪਾਪਾਂ ਦੇ ਬਦਲੇ ਪੁੰਨ, ਤੇ ਜਿਸ ਦੇ ਪੁੰਨ ਜ਼ਿਆਦਾ ਹੋਣਗੇ ਉਹ ਤਰ ਵੀ ਜਾਏਗਾ ਤੇ ਤਾਰ ਵੀ ਦੇਵੇਗਾ। ਸੋ ਭਗਤ ਵੱਡਾ ਰਾਜਾ ਜਨਕ ਹੈ। ਸੋ ਉਸਨੇ ਪੁੰਨ ਕਮਾ ਕੇ, ਪ੍ਰੇਮ ਕਮਾ ਕੇ, ਭਗਤੀ ਕਮਾ ਕੇ, ਨਾਮ ਕਮਾ ਕੇ ਕਰੋੜਾਂ ਦੇ ਕਰੋੜਾਂ ਜੀਵਾਂ ਨੂੰ ਮੁਕਤ ਕਰ ਦਿੱਤਾ। ਤੇ ਜਿਸ ਨੂੰ ਅਸੀਂ ਇਲਾਹੀ ਬਾਣੀ ਕਹਿੰਦੇ ਹਾਂ, ਧੁਰਕੀ ਬਾਣੀ ਕਹਿੰਦੇ ਆ, ਜਿਹਦੇ ਸੁਣਨ ਦੇ ਨਾਲ ਪੁੰਨ ਬਣਦੇ ਨੇ, ਜਿਸ ਬਾਣੀ ਨੂੰ ਸੁਣਾਉਣ ਦੇ ਨਾਲ ਕਰਮ ਬਣਦੇ ਨੇ, ਪੁੰਨ ਬਣਦੇ ਨੇ। ਧਿਆਨ ਦੇਣਾ, ਜਿਹੜਾ ਬਾਣੀ ਦੇ ਨਾਲ ਜੁੜਿਆ ਹੋਏਗਾ ਉਹਦੀ ਚੜ੍ਹਦੀ ਕਲਾ ਹੋਏਗੀ ਹਮੇਸ਼ਾ। ਇਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ, ਜਾਂ ਅਸੀਂ ਹੁਣ ਪੜ੍ਹਨਾ ਹੀ ਹੈ ਅਰਦਾਸ ਵਿੱਚ। ਅਰਦਾਸ ਤੋਂ ਬਾਅਦ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵੀ ਨਾਨਕ ਦੇ ਨਾਮ ਵਿੱਚ ਹਮੇਸ਼ਾ ਹੀ ਬਰਕਤ ਹੈ, ਹਮੇਸ਼ਾ ਹੀ ਚੜ੍ਹਦੀ ਕਲਾ ਹੈ। ਸੋ ਇਸ ਕਰਕੇ ਉਹਦੀ ਹਮੇਸ਼ਾ ਹੀ ਚੜ੍ਹਦੀ ਕਲਾ ਰਹੇਗੀ ਜੋ ਬਾਣੀ ਨਾਲ ਜੁੜਿਆ ਰਹੇਗਾ। ਜ਼ਿੰਦਗੀ ਦੇ ਵਿੱਚ ਭਾਵੇਂ ਉਹ ਉਤਰਾਅ ਚੜ੍ਹਾਅ ਆਉਣਗੇ, ਪਰ ਉਹ ਡਰੇ ਨਾ। ਬੜੀ ਵਾਰੀ ਸਰਵਣ ਕੀਤਾ, ਉਹ ਉਦਾਸ ਨਾ ਹੋਵੇ, ਉਹ ਬਿਲਕੁਲ ਪਿੱਛੇ ਵੱਲ ਨਾ ਦੇਖੇ, ਉਹ ਬਿਲਕੁਲ ਅੱਗੇ ਵੱਲ ਦੇਖੇ। ਉਹ ਹਮੇਸ਼ਾ ਆਸ਼ਾਵਾਦੀ ਰਹੇ, ਉਹ ਆਸ ਨਾਲ ਜੀਵੇ, ਤੇ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਦਿਨ ਸਫਲਤਾ, ਇੱਕ ਦਿਨ ਕਾਮਯਾਬੀ, ਇੱਕ ਦਿਨ ਨਫਾ, ਇੱਕ ਦਿਨ ਚੜ੍ਹਦੀ ਕਲਾ ਗੁਰੂ ਸਾਹਿਬ ਜੀ ਕਹਿੰਦੇ ਨੇ ਜ਼ਰੂਰ ਆਏਗੀ, ਜ਼ਰੂਰ ਪ੍ਰਾਪਤ ਹੋਏਗੀ। ਸੋ ਹਰ ਸਿਮਰਤ ਨਾਨਕ ਭਈ ਅਮੋਲੀ। ਸੋ ਨਾਮ ਭਜਨ ਸਿਮਰਨ ਵਾਲੇ ਦੇ ਜੀਵਨ ਦੇ ਬਰਾਬਰ ਕੋਈ ਵੀ ਦੁਨੀਆ ਦੀ ਕੀਮਤ ਲਾਉਣ ਵਾਲਾ ਨਹੀਂ ਹੈ। ਕਿਸੇ ਨਾਮੀ ਦੇ ਬਰਾਬਰ, ਨਾਮ ਭਜਨ ਵਾਲੇ ਦੀ ਬੰਦਗੀ ਦੇ ਬਰਾਬਰ ਕੋਈ ਵੀ ਮਹਾਰਾਜ ਜੀ ਕਹਿੰਦੇ ਦੁਨੀਆ ਵਿੱਚ ਉਹਦੀ ਕੀਮਤ ਅਦਾ ਨਹੀਂ ਕਰ ਸਕਦਾ। ਹਰ ਸਿਮਰਤ ਨਾਨਕ ਭਈ ਅਮੋਲੀ। ਉਹਦੇ ਕੋਲ ਜਿਹੜੀ ਰੱਬ ਦੀ ਦਾਤ ਹੁੰਦੀ ਹੈ ਉਹ ਅਨਮੋਲ ਹੁੰਦੀ ਹੈ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਗੁਰੂ ਸਾਹਿਬ ਨੇ ਮਿਹਰ ਕਰਕੇ, ਕਿਰਪਾ ਕਰਕੇ ਸੇਵਾ ਲਈ ਹੈ। ਸੋ ਮਹਾਰਾਜ ਮਿਹਰ ਕਰਨਾ, ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ, ਮਾਰਗਦਰਸ਼ਨ ਕਰਨਾ, ਔਰ ਇਸ ਬਾਣੀ ਦੇ ਨਾਲ ਜੋੜ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣਾਉਣਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।